ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਲਰਨ ਵਿਦ ਲੂਸੀਅਨ। ਸੋ ਦੋਸਤੋ, ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਇੰਪੋਰਟੈਂਟ ਬੁੱਕਸ ਨੂੰ ਪੰਜਾਬੀ ਦੇ ਵਿੱਚ ਐਕਸਪਲੇਨ ਕਰ ਰਹੇ ਹਾਂ, ਅਤੇ ਆਪਾਂ ਲੂਸੈਂਟ ਬੁੱਕ ਆ ਜਿਹੜੀ ਉਹਦੇ ਡਿਫਰੈਂਟ ਜਿਹੜੇ ਪਾਰਟਸ ਨੇ, ਅਲੱਗ-ਅਲੱਗ ਸਬਜੈਕਟ ਨੇ ਜਿਹੜੇ, ਜਿੱਦਾਂ ਹਿਸਟਰੀ ਹੋ ਗਿਆ, ਜੋਗਰਾਫੀ ਹੋ ਗਿਆ, ਪੋਲਿਟੀ ਹੋ ਗਿਆ, ਉਹ ਸਾਰੇ ਆਪਾਂ ਪੰਜਾਬੀ ਦੇ ਵਿੱਚ ਸ਼ੁਰੂ ਕੀਤੇ ਨੇ। ਤਾਂ ਆਪਣਾ ਜਿਹੜਾ ਜੋਗਰਾਫੀ ਦਾ, ਯੂਨੀਵਰਸਲ ਜੋਗਰਾਫੀ ਦਾ ਜਿਹੜਾ ਪਾਰਟ ਹੈ ਉਹ ਆਲਰੇਡੀ ਚੱਲ ਰਿਹਾ, ਜਿਹਦੇ 'ਚ ਆਪਾਂ ਨੇ ਸੋਲਰ ਸਿਸਟਮ ਅਤੇ ਪਲੈਨਟਸ ਬਾਰੇ ਪੜ੍ਹਿਆ। ਅਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਇੰਡੀਅਨ ਜੋਗਰਾਫੀ। ਜਿੱਦਾਂ ਤੁਹਾਨੂੰ ਦੱਸਿਆ ਕਿ ਆਪਾਂ ਪੇਪਰ ਪੁਆਇੰਟ ਆਫ ਵਿਊ ਤੋਂ ਜੋਗਰਾਫੀ ਨੂੰ 3 ਭਾਗਾਂ ਦੇ ਵਿੱਚ ਵੰਡ ਕੇ ਪੜ੍ਹਨਾ। ਇੱਕ ਤੁਹਾਡੀ ਯੂਨੀਵਰਸਲ ਜੋਗਰਾਫੀ ਤੋਂ ਭਾਵ ਹੈ ਕਿ ਜਿਹੜੀ ਬ੍ਰਹਿਮੰਡ ਹੈ, ਜਾਂ ਜਿਹੜਾ ਸਾਡਾ ਵਾਤਾਵਰਨ ਹੈ, ਜਲਵਾਯੂ ਹੈ, ਧਰਤੀ ਹੈ, ਗ੍ਰਹਿ ਨੇ, ਸੂਰਜ ਹੈ, ਚੰਦਰਮਾ ਹੈ, ਇਸ ਤੋਂ ਬਿਨਾਂ ਹੋਰ ਪਹਾੜ, ਨਦੀਆਂ, ਇਹਨਾਂ ਬਾਰੇ ਸਾਰੀ ਜਿਹੜੀ ਜਾਣਕਾਰੀ ਆ ਉਹ ਆਪਾਂ ਯੂਨੀਵਰਸਲ ਜੋਗਰਾਫੀ ਦੇ ਵਿੱਚ ਪੜ੍ਹਾਂਗੇ। ਇਸ ਤੋਂ ਬਿਨਾਂ ਇੰਡੀਅਨ ਜੋਗਰਾਫੀ ਆ ਜਾਂਦੀ ਹੈ। ਇੰਡੀਅਨ ਜੋਗਰਾਫੀ ਦੇ ਵਿੱਚ ਆਪਾਂ ਇੰਡੀਆ, ਜਿਹੜੀ ਭਾਰਤ ਹੈ ਆਪਣਾ, ਇਹਦੇ ਨਕਸ਼ੇ ਬਾਰੇ, ਇਹਦੀਆਂ ਨਦੀਆਂ ਬਾਰੇ, ਇਹਦੇ ਜਲਵਾਯੂ ਬਾਰੇ, ਸਟੇਟਸ ਬਾਰੇ, ਠੀਕ ਹੈ ਜੀ। ਇਸ ਤੋਂ ਬਿਨਾਂ ਪਹਾੜ ਅਤੇ ਹੋਰ ਦਰੇ ਵਗੈਰਾ ਜੋ ਵੀ ਆ, ਜਿਹੜੀਆਂ ਵੀ ਇਹਦੀਆਂ ਫਿਜ਼ੀਕਲ ਫੀਚਰਸ ਨੇ, ਉਹਦੇ ਬਾਰੇ ਪੜ੍ਹਾਂਗੇ। ਉਸ ਤੋਂ ਬਿਨਾਂ ਆ ਜਾਂਦੀ ਹੈ ਜੀ ਤੁਹਾਡੀ ਵਰਲਡ ਜੋਗਰਾਫੀ। ਉਹਦੇ 'ਚ ਆਪਾਂ ਪੂਰੀ ਦੁਨੀਆ ਬਾਰੇ ਪੜ੍ਹਾਂਗੇ ਕਿ ਕਿਹੜੀ ਚੀਜ਼ ਕਿੱਥੇ ਹੈ, ਜਾਂ ਉਹਦੇ ਫਿਜ਼ੀਕਲ ਫੀਚਰ ਨੇ ਜਿਹੜੇ ਆਪਣੇ ਪੂਰੀ ਦੁਨੀਆ ਦੇ, ਉਹਦੇ ਬਾਰੇ ਪੜ੍ਹਾਂਗੇ। ਤਾਂ ਆਪਾਂ ਅੱਜ ਸ਼ੁਰੂ ਕਰਦੇ ਹਾਂ ਜੀ ਇੰਡੀਅਨ ਜੋਗਰਾਫੀ ਦਾ ਪਹਿਲਾ ਜਿਹੜਾ ਹੈਗਾ ਲੈਕਚਰ। ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਇੰਡੀਅਨ ਸਬ ਕੰਟੀਨੈਂਟ, ਪੋਜੀਸ਼ਨ, ਐਕਸਟੈਂਟ ਐਂਡ ਫਿਜ਼ੀਕਲ ਫੀਚਰਸ। ਤਾਂ ਸਭ ਤੋਂ ਪਹਿਲੀ ਗੱਲ, ਸਬ ਕੰਟੀਨੈਂਟ ਦਾ ਮਤਲਬ ਕੀ ਹੈ ਜੀ। ਜਿੱਦਾਂ ਤੁਹਾਨੂੰ ਪਤਾ ਹੈ ਕਿ ਕੰਟੀਨੈਂਟ ਹੁੰਦੇ ਨੇ, ਮਹਾਂਦੀਪ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਏਸ਼ੀਆ ਹੋ ਗਿਆ, ਠੀਕ ਹੈ ਜੀ, ਅਫਰੀਕਾ ਹੋ ਗਿਆ, ਇਸ ਤੋਂ ਬਿਨਾਂ ਯੂਰਪ ਹੋ ਗਿਆ। ਇੱਦਾਂ ਕਰਕੇ ਆਪਣੇ ਜਿਹੜਾ ਵਰਲਡ ਦੇ ਵਿੱਚ ਮੇਨ 7 ਕੰਟੀਨੈਂਟਸ ਨੇ, 7 ਮਹਾਂਦੀਪ ਨੇ, ਜਿਨ੍ਹਾਂ ਬਾਰੇ ਆਪਾਂ ਯੂਨੀਵਰਸਲ ਜੋਗਰਾਫੀ ਦੇ ਵਿੱਚ ਪੜ੍ਹਨਾ ਹੈ। ਵਰਲਡ ਜੋਗਰਾਫੀ ਦੇ ਵਿੱਚ ਵੀ ਇੱਕ ਇੰਪੋਰਟੈਂਟ ਟੋਪਿਕ ਆ ਜਾਂਦਾ। ਤਾਂ ਸਬ ਕੰਟੀਨੈਂਟ ਦਾ ਮਤਲਬ ਹੁੰਦਾ ਹੈ ਕਿ ਕੰਟੀਨੈਂਟ ਦਾ ਇੱਕ ਵੱਡਾ ਭਾਗ ਜੀ, ਠੀਕ ਹੈ ਜੀ। ਜਦੋਂ ਆਪਾਂ ਇੱਕ ਅਲੱਗ ਤੋਂ ਹਿੱਸਾ ਕੱਢ ਲੈਂਦੇ ਹਾਂ ਇੱਕ ਕੰਟੀਨੈਂਟ ਦਾ, ਇੱਕ ਮਹਾਂਦੀਪ ਦਾ, ਤਾਂ ਉਹਨੂੰ ਆਪਾਂ ਸਬ ਕੰਟੀਨੈਂਟ ਕਹਿ ਦਿੰਦੇ ਹਾਂ। ਤਾਂ ਇੰਡੀਅਨ ਸਬ ਕੰਟੀਨੈਂਟ ਦਾ ਮਤਲਬ ਹੈ ਕਿ ਉਹ ਹਿੱਸਾ ਏਸ਼ੀਆ ਮਹਾਂਦੀਪ ਦਾ ਜਿਹਦੇ ਵਿੱਚ ਇੰਡੀਆ ਜਿਹੜਾ ਹੈਗਾ ਉਹ ਆਉਂਦਾ ਹੈ। ਤਾਂ ਚਲੋ ਆਪਾਂ ਅੱਗੇ ਪੜ੍ਹਦੇ ਹਾਂ, ਤਾਂ ਤੁਹਾਨੂੰ ਗੱਲ ਕਲੀਅਰ ਹੋ ਜਾਣੀ ਆ ਆਪੇ। ਤਾਂ ਪੋਜੀਸ਼ਨ ਦੱਸਣੀ ਆ ਆਪਾਂ ਇਹਦੀ। ਐਕਸਟੈਂਟ ਦਾ ਮਤਲਬ ਹੁੰਦਾ ਫੈਲਾਅ ਦਾ ਮਤਲਬ ਹੈ ਕਿ ਕਿੰਨਾ ਕੁ ਫੈਲਿਆ ਹੋਇਆ, ਕਿੱਥੇ ਕੁ ਤੱਕ ਫੈਲਿਆ ਹੋਇਆ। ਉਸ ਤੋਂ ਬਾਅਦ ਫਿਜ਼ੀਕਲ ਫੀਚਰ, ਇਹਦੇ ਭੌਤਿਕ ਵਿਸ਼ੇਸ਼ਤਾਵਾਂ ਨੇ ਜਿਹੜੀਆਂ, ਉਹ ਆ ਜਾਣੀਆਂ ਨੇ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਲੋਕੇਸ਼ਨ ਦਾ ਮਤਲਬ ਹੁੰਦਾ ਉਹਦੀ ਸਥਿਤੀ, ਉਹਦੀ ਲੋਕੇਸ਼ਨ ਜਿਹੜੀ ਹੈਗੀ ਆ, ਉਹਦੀ ਸਥਿਤੀ ਕਿੱਥੇ ਕੁ ਨੂੰ ਕਰਕੇ ਉਹ ਪੈਂਦਾ, ਉਹਦਾ ਐਡਰੈਸ ਕੀ ਹੈ। ਸਿੰਪਲੀ ਜੇ ਆਪਾਂ ਗੱਲ ਕਰੀਏ, ਉਹਦਾ ਪਤਾ ਕੀ ਹੈ। ਤਾਂ ਕਹਿੰਦਾ ਜੀ ਲੋਕੇਸ਼ਨ ਆਫ ਸਬ ਕੰਟੀਨੈਂਟ। ਤਾਂ ਆਪਾਂ ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰਨ ਲੱਗੇ ਹਾਂ। ਤਾਂ ਕਹਿੰਦਾ ਮੇਨ ਲੈਂਡ ਆਫ ਦਾ ਇੰਡੀਅਨ ਸਬ ਕੰਟੀਨੈਂਟ। ਤਾਂ ਸਭ ਤੋਂ ਪਹਿਲਾਂ ਇੱਕ ਹੋਰ ਪੁਆਇੰਟ ਇੱਥੇ ਜਿਹੜਾ ਸਿੱਖਣ ਵਾਲਾ ਆਉਂਦਾ, ਉਹ ਹੈਗਾ ਮੇਨ ਲੈਂਡ ਦਾ ਕੀ ਮਤਲਬ ਹੁੰਦਾ ਹੈ। ਤਾਂ ਜਦੋਂ ਆਪਾਂ ਕਿਸੇ ਕੰਟੀਨੈਂਟ ਦੀ, ਕਿਸੇ ਏਰੀਏ ਦੀ, ਕਿਸੇ ਕੰਟਰੀ ਦੀ ਆਪਾਂ ਹੱਦ ਦੀ ਗੱਲ ਕਰਦੇ ਹਾਂ, ਕਿ ਆਪਾਂ ਕਹਿੰਦੇ ਹਾਂ ਵੀ ਕਿੰਨਾ ਏਰੀਆ ਆਉਂਦਾ ਹੈ ਕੰਟਰੀ ਦੇ ਵਿੱਚ, ਤਾਂ ਉਹਦੇ 'ਚ ਜਿਵੇਂ ਆਪਣੀ ਇੰਡੀਆ ਕੰਟਰੀ ਹੈ, ਜਾਂ ਕੋਈ ਇੱਦਾਂ ਦੀਆਂ ਕੰਟਰੀਜ਼ ਨੇ ਜਿਨ੍ਹਾਂ ਦੇ ਕਿਨਾਰੇ 'ਤੇ ਸਮੁੰਦਰ ਹੈ, ਤਾਂ ਉਹਨਾਂ ਦੇ ਵਿੱਚ ਸਮੁੰਦਰ ਦਾ ਜਿਹੜਾ ਕੁਛ ਏਰੀਆ ਹੁੰਦਾ, ਉਹ ਵੀ ਉਹਦੀ ਹੱਦ ਦੇ ਵਿੱਚ ਆਉਂਦਾ ਹੁੰਦਾ। ਤਾਂ ਬਟ ਉੱਥੇ ਹੀ ਆਪਾਂ ਗੱਲ ਕਰਨੇ ਆ ਕਿ ਜਿਹੜਾ ਮੇਨ ਲੈਂਡ ਉਸ ਨੂੰ ਕਹਿੰਦੇ ਨੇ ਜਿਹੜਾ ਧਰਤੀ ਦਾ ਹਿੱਸਾ ਹੁੰਦਾ ਹੈ, ਜਿਹੜਾ ਮਿੱਟੀ ਦਾ ਹੁੰਦਾ ਹੈ ਹਿੱਸਾ, ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਪਲੇਨਸ ਏਰੀਆ ਹੁੰਦਾ ਵਾ, ਜਿਹੜਾ ਮਿੱਟੀ ਵਾਲਾ ਸਖਤ ਏਰੀਆ, ਉਹਨੂੰ ਆਪਾਂ ਮੇਨ ਲੈਂਡ ਕਹਿੰਦੇ ਹਾਂ। ਇਹਦੇ 'ਚ ਮੇਨ ਲੈਂਡ ਦੇ ਵਿੱਚ ਆਪਾਂ ਜਿਹੜਾ ਪਾਣੀ ਦੀ ਜਿਹੜੀ ਸਾਡਾ ਏਰੀਆ ਵਾ, ਜਿਹਦੇ 'ਚ ਪਾਣੀ ਇਨਕਲੂਡ ਹੁੰਦਾ ਹੈ ਜਿਹੜੀ ਹੱਦ ਦੇ ਵਿੱਚ, ਉਹ ਆਪਾਂ ਵਿੱਚ ਕਾਊਂਟ ਨਹੀਂ ਕਰਦੇ। ਸਿਰਫ ਮੇਨ ਲੈਂਡ ਦੇ ਵਿੱਚ ਆਪਾਂ ਧਰਤੀ ਵਾਲਾ, ਮਿੱਟੀ ਵਾਲਾ ਏਰੀਆ ਵਾ ਜਿਹੜਾ, ਉਹ ਆਪਾਂ ਕਾਊਂਟ ਕਰਦੇ ਹਾਂ। ਤਾਂ ਕਹਿੰਦਾ ਇੰਡੀਅਨ ਸਬ ਕੰਟੀਨੈਂਟ ਦੇ ਮੇਨ ਲੈਂਡ ਦੇ ਵਿੱਚ ਕੀ ਆਉਂਦਾ ਹੈ। ਇਹਦੇ 'ਚ ਆਉਂਦਾ ਇੰਡੀਆ, ਆਉਂਦਾ ਆਪਣਾ ਪਾਕਿਸਤਾਨ, ਆਉਂਦਾ ਬੰਗਲਾਦੇਸ਼, ਆਉਂਦਾ ਨੇਪਾਲ, ਆਉਂਦਾ ਅਤੇ ਭੂਟਾਨ ਆਉਂਦਾ ਹੈ। ਇਹ ਜਿਹੜੇ ਆਪਣੇ ਇੰਡੀਅਨ ਸਬ ਕੰਟਰੀ ਦੇ ਵਿੱਚ ਜਿਹੜੀਆਂ ਕੰਟਰੀਜ਼ ਆਉਂਦੀਆਂ ਨੇ, ਜਿਹੜੀਆਂ ਇੰਡੀਆ ਦੇ ਨਾਲ ਆਪਾਂ ਜੁੜੀਆਂ ਹੋਈਆਂ ਕੰਟਰੀਜ਼ ਕਹਿੰਦੇ ਹਾਂ, ਕਿਉਂਕਿ ਇਹ ਸਾਰੀਆਂ ਕੰਟਰੀਜ਼ ਇੰਡੀਆ ਦੇ ਨਾਲ ਜੁੜੀਆਂ ਹੋਈਆਂ ਨੇ, ਇੰਡੀਆ ਦੇ ਨਾਲ ਬਾਰਡਰ ਸਾਂਝੀ ਕਰਦੀਆਂ ਨੇ। ਤਾਂ ਇਹ ਜਿਹੜਾ ਹੈਗਾ, ਇਹ ਆਪਣੇ ਮੇਨ ਲੈਂਡ ਜਿਹੜਾ ਹੈਗਾ ਵਾ, ਉਹਦਾ ਹਿੱਸਾ ਨੇ ਇੰਡੀਅਨ ਸਬ ਕੰਟੀਨੈਂਟ ਦੇ। ਤਾਂ ਇਹਦਾ ਜਿਹੜਾ ਐਕਸਟੈਂਡ ਹੈ ਉਹ ਹੈਗਾ ਵਾ 8 ਡਿਗਰੀ 4 ਮਿੰਟ ਨੌਰਥ ਅਤੇ 37 ਡਿਗਰੀ 6 ਮਿੰਟ ਨੌਰਥ ਲੈਟੀਟਿਊਡ ਹੈ।
ਤੇ ਜਿਹੜਾ ਲੌਂਗੀਟਿਊਡ ਆ ਉਹ ਹੈਗਾ ਵਾ 68 ਡਿਗਰੀ 7 ਮਿੰਟ ਈਸਟ ਤੇ 97 ਡਿਗਰੀ 25 ਮਿੰਟ ਈਸਟ ਜਿਹੜਾ ਹੈਗਾ ਇਹਦਾ ਲੌਂਗੀਟਿਊਡ ਆ। ਸੋ ਇਹ ਹੈਗੀ ਹੈ ਜੀ ਗੱਲ ਲੋਕੇਸ਼ਨ ਦੀ ਇੰਡੀਅਨ ਸਬ ਕੰਟੀਨੈਂਟ ਦੇ, ਇਹ ਤੁਹਾਨੂੰ ਦੱਸ ਦਿੱਤੀ ਗਈ ਆ। ਤਾਂ ਇਹ ਜਿਹੜਾ ਡਿਗਰੀ ਜਾਂ ਕਹਿ ਲਓ ਕਿ 8 ਡਿਗਰੀ 4 ਮਿੰਟ ਨਾਰਥ ਲੌਂਗੀਟਿਊਡ ਲੈਟੀਟਿਊਡ, ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਨੇ ਯੂਨੀਵਰਸਲ ਜੋਗਰਾਫੀ ਦੇ ਵਿੱਚ ਚੰਗੀ ਤਰ੍ਹਾਂ ਸਿੱਖੀਆਂ ਨੇ। ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਯੂਨੀਵਰਸਲ ਜੋਗਰਾਫੀ ਦੀ ਜਿਹੜੀ ਆਪਾਂ ਵੀਡੀਓ ਆ ਆਪਾਂ ਨੇ ਦੇਖ ਲਈ ਆ। ਤਾਂ ਉਹਦੇ 'ਚ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੋਇਆ ਕਿ ਲੌਂਗੀਟਿਊਡ ਕੀ ਹੁੰਦੇ ਨੇ, ਰੇਖਾਂਤਰ ਕੀ ਹੁੰਦੇ ਨੇ, ਦਿਸ਼ਾਂਤਰ ਕੀ ਹੁੰਦੇ ਨੇ। ਉਹ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਹੁਣ ਇੱਥੇ ਐਕਸਪਲੇਨ ਨਹੀਂ ਕਰ ਰਹੀਆਂ। ਇੱਥੇ ਤੁਹਾਨੂੰ ਸਿਰਫ ਇੱਕ ਲੋਕੇਸ਼ਨ ਆਪਾਂ ਨੇ ਦੱਸੀ ਆ, ਇਹ ਤੁਸੀਂ ਇੱਕ ਵਾਰੀ ਯਾਦ ਕਰ ਲੈਣੀ ਹੈ। ਕਈ ਵਾਰ ਪੇਪਰ ਦੇ ਵਿੱਚ ਕਿਸੇ ਛੋਟੇ ਪੁਆਇੰਟ ਦੇ ਵਿੱਚ ਜਿੱਦਾਂ ਸਟੇਟਮੈਂਟ ਵਗੈਰਾ ਦਾ ਕੁਐਸਚਨ ਆਉਂਦਾ ਵਾ, ਉਹਦੇ 'ਚ ਇਹਨੂੰ ਪੁੱਛਿਆ ਜਾ ਸਕਦਾ ਹੈ। ਤਾਂ ਅਗਲਾ ਪੁਆਇੰਟ ਕਹਿੰਦਾ ਇਫ ਦਾ 6th ਕੰਟਰੀ ਆਫ ਦਿਸ ਸਬ ਕੰਟੀਨੈਂਟ ਸ਼੍ਰੀਲੰਕਾ ਇਜ਼ ਇਨਕਲੂਡਡ ਦੈਨ ਇਟ ਸਟਾਰਟਸ ਫਰੋਮ 6 ਡਿਗਰੀ ਨਾਰਥ ਲੈਟੀਟਿਊਡ। ਕਹਿੰਦਾ ਜੇ ਆਪਾਂ ਇਹਦੀ 6ਵੀਂ ਕੰਟਰੀ ਜਿਹੜੀ ਕਿ ਸ਼੍ਰੀਲੰਕਾ ਹੈ, ਕਿਉਂਕਿ ਹੁਣ ਸ਼੍ਰੀਲੰਕਾ ਜਿਹੜੀ ਹੈਗੀ ਆ ਉਹ ਮੇਨਲੈਂਡ ਦੇ ਨਾਲ ਅਟੈਚ ਨਹੀਂ ਹੁੰਦੀ ਹੈਗੀ, ਇਹਦੇ ਵਿਚਾਲੇ ਜਿਹੜਾ ਹੈਗਾ ਇਹ ਸਮੁੰਦਰ ਦਾ ਕੁਛ ਏਰੀਆ ਜਿਹਨੂੰ ਆਪਾਂ ਪਾਕ ਸਟੇਟ ਕਹਿੰਦੇ ਆ ਉਹ ਆ ਜਾਂਦਾ, ਇਸ ਲਈ ਆਪਾਂ ਇਹਨੂੰ ਕਾਊਂਟ ਨਹੀਂ ਕਰਦੇ। ਬਟ ਅਗਰ ਆਪਾਂ ਸ਼੍ਰੀਲੰਕਾ ਨੂੰ ਕਾਊਂਟ ਕਰਕੇ ਚੱਲੀਏ ਤਾਂ ਜਿਹੜਾ ਹੈਗਾ ਇਹਦੀ ਜਿਹੜਾ ਐਕਸਟੈਂਟ ਆ, ਇਹਦੀ ਜਿਹੜੀ ਸਟਾਰਟਿੰਗ ਹੈ ਆਪਣੇ ਸਬ ਕੰਟੀਨੈਂਟ ਦੇ ਮੇਨਲੈਂਡ ਦੀ, ਇਹ 6 ਡਿਗਰੀ ਨਾਰਥ ਲੈਟੀਟਿਊਡ ਤੋਂ ਹੋਏਗੀ। ਤਾਂ ਅਗਲਾ ਜਿਹੜਾ ਪੁਆਇੰਟ ਆ ਉਹ ਕਹਿੰਦਾ ਦਾ ਟ੍ਰੋਪਿਕ ਆਫ ਕੈਂਸਰ, ਜਿਹਨੂੰ ਆਪਾਂ ਕਰਕ ਰੇਖਾ ਕਹਿੰਦੇ ਆ, ਇਹ ਪਾਸਿਸ ਥਰੂ ਦਾ ਮਿਡਲ ਆਫ ਇੰਡੀਆ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਕ ਰੇਖਾ ਕੀ ਹੈ, ਮਕਰ ਰੇਖਾ ਕੀ ਹੈ, ਭੂਮੱਧ ਰੇਖਾ ਕੀ ਹੈ। ਇਹ ਆਪਾਂ ਸਾਰੀਆਂ ਪੜ੍ਹੀਆਂ ਨੇ ਗਲੋਬ ਦੇ ਵਿੱਚ, ਜਦੋਂ ਆਪਾਂ ਯੂਨੀਵਰਸਲ ਜੋਗਰਾਫੀ ਦੇ ਵਿੱਚ ਆਪਾਂ ਕਰਦੇ ਹਾਂ ਧਰਤੀ ਵਾਲਾ ਹਿੱਸਾ, ਗਲੋਬ ਵਾਲਾ ਹਿੱਸਾ। ਤਾਂ ਉਹਦੇ 'ਚ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਡਿਟੇਲ ਨਾਲ ਪੜ੍ਹਿਆ ਹੈ ਕਿ ਆਪਣੇ ਉਹ ਕੀ ਹੁੰਦੇ ਨੇ, ਧਰੁਵ ਕੀ ਹੁੰਦੇ ਨੇ, ਜਾਂ ਕਹਿ ਲਓ ਕਿ ਕਰਕ ਰੇਖਾ ਕੀ ਹੁੰਦੀ ਆ ਜਾਂ ਮਕਰ ਰੇਖਾ ਕੀ ਹੁੰਦੀ ਆ। ਤਾਂ ਕਹਿੰਦਾ ਜਿਹੜਾ ਕਰਕ ਰੇਖਾ ਹੈ ਜਿਹੜੀ ਕਿ 23.5 ਡਿਗਰੀ ਨਾਰਥ ਵੱਲ ਨੂੰ ਆ ਇਕੁਏਟਰ ਲਾਈਨ ਤੋਂ। ਇਕੁਏਟਰ ਦਾ ਮਤਲਬ ਹੈ ਭੂਮੱਧ ਰੇਖਾ। ਭੂਮੱਧ ਰੇਖਾ ਤੁਹਾਨੂੰ ਪਤਾ ਹੈ ਕਿ ਉਹ ਰੇਖਾ ਵਾ ਜਿਹੜੀ ਆਪਣੇ ਗਲੋਬ ਨੂੰ, ਜਿਹੜੀ ਆਪਣੀ ਧਰਤੀ ਨੂੰ ਬਿਲਕੁਲ ਸੈਂਟਰ ਦੇ ਵਿੱਚੋਂ 2 ਭਾਗਾਂ ਦੇ ਵਿੱਚ ਵੰਡਦੀ ਆ, ਸਾਊਥ ਅਤੇ ਨਾਰਥ ਦੇ ਵਿੱਚ। ਤਾਂ ਜਿਹੜੀ ਇਹ ਆਪਣੀ ਟ੍ਰੋਪਿਕ ਆਫ ਕੈਂਸਰ ਹੈ, ਕਰਕ ਰੇਖਾ, ਇਹ 23.5 ਡਿਗਰੀ ਨਾਰਥ ਵੱਲ ਨੂੰ ਜਿਹੜੀ ਹੈਗੀ ਆ ਉਹ ਇਕੁਏਟਰ ਤੋਂ ਪੈਂਦੀ ਆ। ਅਤੇ ਇਹ ਜਿਹੜੀ ਹੈਗੀ ਆ ਇਹ ਲਗਭਗ ਇੰਡੀਆ ਦੇ ਵਿਚਕਾਰ ਦੀ, ਬਿਲਕੁਲ ਵਿਚਾਲੇ ਦੀ ਜਿਹੜੀ ਹੈਗੀ ਆ ਇਹ ਗੁਜ਼ਰਦੀ ਆ। ਇਹਦੇ ਬਾਰੇ ਆਪਾਂ ਅੱਗੇ ਵੀ ਪੜ੍ਹਾਂਗੇ। ਇਹ ਸਿਰਫ ਜਰਨਲ ਜੀਆਂ ਕੁਛ ਗੱਲਾਂ ਨੇ ਇੰਡੀਅਨ ਸਬ ਕੰਟੀਨੈਂਟ ਬਾਰੇ, ਠੀਕ ਹੈ ਜੀ। ਤਾਂ ਅੱਗੇ ਕਹਿੰਦਾ ਸਾਈਜ਼ ਐਂਡ ਐਕਸਟੈਂਟ ਆਫ ਸਬ ਕੰਟੀਨੈਂਟ। ਤਾਂ ਆਪਾਂ ਕਹਿਣਾ ਕਿ ਉਪ ਮਹਾਂਦੀਪ ਦਾ ਸਾਈਜ਼ ਕਿੰਨਾ, ਇਹਦਾ ਕੀ ਆਪਾਂ ਕਹਿ ਸਕਦੇ ਹਾਂ ਇਹਦਾ ਸਾਈਜ਼, ਅਤੇ ਇਹਦਾ ਐਕਸਟੈਂਟ ਦਾ ਮਤਲਬ ਤੁਹਾਨੂੰ ਦੱਸਿਆ ਕਿ ਫੈਲਾਅ, ਇਹਦਾ ਫੈਲਾਅ ਕਿੰਨਾ ਹੈ, ਕਿੱਥੋਂ ਕੁ ਤੱਕ ਇਹ ਫੈਲਿਆ ਹੋਇਆ। ਤਾਂ ਦਾ ਟੋਟਲ ਏਰੀਆ ਆਫ ਇੰਡੀਅਨ ਸਬ ਕੰਟੀਨੈਂਟ ਇਜ਼ 44.9 ਲੱਖ ਸਕੁਆਇਰ ਕਿਲੋਮੀਟਰ। ਤਾਂ ਇਹ ਤੁਸੀਂ ਇੱਕ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਆ, ਇਹ ਮੈਂ ਤੁਹਾਨੂੰ ਇੰਡੀਆ ਦਾ ਜਿਹੜਾ ਹੈਗਾ ਹਿੱਸਾ ਸਾਈਜ਼ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਇੰਡੀਅਨ ਸਬ ਕੰਟੀਨੈਂਟ, ਜਿਹੜਾ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇੰਡੀਅਨ ਸਬ ਕੰਟੀਨੈਂਟ ਆ, ਉਹਦੇ 'ਚ 5 ਕੰਟਰੀਜ਼ ਜਿਹੜੀਆਂ ਹੈਗੀਆਂ ਉਹ ਇਨਕਲੂਡ ਹੁੰਦੀਆਂ ਨੇ, ਜਿਹੜੀਆਂ ਆਪਾਂ ਪੜ੍ਹੀਆਂ ਨੇ। ਤਾਂ ਇਹ ਉਹਨਾਂ ਸਾਰੀਆਂ ਕੰਟਰੀਜ਼ ਦੇ ਜਾਣੀ ਆਪਾਂ ਹਿੱਸੇ ਦਾ ਜਿਹੜਾ ਹੈਗਾ ਮੈਂ ਤੁਹਾਨੂੰ ਸਾਈਜ਼ ਦੱਸਿਆ ਵਾ, ਜਿਹੜਾ ਕਿ ਹੈਗਾ 44.9 ਲੱਖ ਸਕੁਆਇਰ ਕਿਲੋਮੀਟਰ। ਤਾਂ ਹੁਣ ਇਹਨਾਂ ਨੇ ਅੱਗੇ ਆਪਾਂ ਨੂੰ ਕੱਲੀ ਕੰਟਰੀ ਹੈ ਜਿਹੜੀ ਇਹਦੇ ਵਿੱਚ ਆਉਂਦੀ, ਉਹਦਾ ਕੱਲੀ ਦਾ ਦੱਸਿਆ ਹੋਇਆ ਕਿ ਕਿੰਨਾ ਸਾਈਜ਼ ਆਉਂਦਾ ਹੈ। ਤਾਂ ਉਹ ਕਹਿੰਦਾ ਹੈ ਕਿ ਜਿਹੜਾ ਸਬ ਕੰਟੀਨੈਂਟ ਆ ਇੰਡੀਅਨ, ਇਹਦਾ 44.9 ਲੱਖ ਕਿਲੋਮੀਟਰ ਸਕੁਆਇਰ ਕਿਲੋਮੀਟਰ ਜਿਹੜਾ ਹੈਗਾ ਇਹਦਾ ਸਾਈਜ਼ ਆ। ਤਾਂ ਇਹਦੇ ਵਿੱਚ ਇੰਡੀਆ ਜਿਹੜਾ ਹੈਗਾ ਇਹ ਕਿੰਨਾ ਵਾ, ਇਹ 32,87,263 ਸਕੁਆਇਰ ਕਿਲੋਮੀਟਰ ਇੰਡੀਆ ਦੇ ਹਿੱਸੇ ਆਉਂਦਾ ਹੈ। ਅਤੇ ਪਾਕਿਸਤਾਨ ਦੇ ਹਿੱਸੇ ਆਉਂਦਾ 7,96,095 ਸਕੁਆਇਰ ਕਿਲੋਮੀਟਰ। ਠੀਕ ਹੈ ਜੀ, ਇਹ ਤੁਸੀਂ ਇੱਕ ਵਾਰੀ ਮਤਲਬ ਛੋਟਾ ਜਿਹਾ ਯਾਦ ਰੱਖਣਾ, ਅਤੇ ਇਹਨਾਂ ਦੀ ਸੀਕੁਐਂਸ ਜੀ ਜ਼ਰੂਰ ਯਾਦ ਰੱਖ ਲਿਓ ਵੀ ਕਿਹੜਾ ਸਭ ਤੋਂ ਵੱਡਾ, ਕਿਹੜਾ ਸਭ ਤੋਂ ਛੋਟਾ ਹੈ। ਤਾਂ ਉਸ ਤੋਂ ਬਾਅਦ ਆ ਗਿਆ ਬੰਗਲਾਦੇਸ਼। ਬੰਗਲਾਦੇਸ਼ ਆਉਂਦਾ 1,48,393 ਸਕੁਆਇਰ ਕਿਲੋਮੀਟਰ। ਉਸ ਤੋਂ ਬਾਅਦ ਨੇਪਾਲ, ਜਿਹੜਾ ਨੇਪਾਲ ਹੈ ਇਹ ਪਹਿਲਾਂ ਇੰਡੀਆ ਦਾ ਹੀ ਹਿੱਸਾ ਹੁੰਦਾ ਸੀ, ਜਿੱਦਾਂ ਹੁੰਦਾ ਤਾਂ ਬੰਗਲਾਦੇਸ਼ ਵੀ ਪਹਿਲਾਂ ਇੰਡੀਆ ਦਾ ਹੀ ਹਿੱਸਾ ਸੀ।
ਸੋ ਜਿਹੜਾ ਨੇਪਾਲ ਹੈ ਇਹ ਹੈਗਾ ਵਾ 1,47,181 ਸਕੁਆਇਰ ਕਿਲੋਮੀਟਰ ਤੱਕ ਜਾਣੀ ਨੇਪਾਲ ਦਾ ਏਰੀਆ ਵਾ ਜਿਹੜਾ ਉਹ ਫੈਲਿਆ ਹੋਇਆ ਹੈ। ਅੱਗੇ ਆ ਜਾਂਦਾ ਜੀ ਤੁਹਾਡਾ ਭੂਟਾਨ। ਭੂਟਾਨ ਤੁਹਾਡਾ ਬਹੁਤ ਛੋਟਾ ਜਿਹਾ ਰਹਿ ਜਾਂਦਾ, ਜਿਹੜਾ ਹੈਗਾ ਵਾ 46,500 ਸਕੁਆਇਰ ਕਿਲੋਮੀਟਰ। ਅਤੇ ਉਸ ਤੋਂ ਬਾਅਦ ਆਪਾਂ ਸ਼੍ਰੀਲੰਕਾ ਨੂੰ ਮਤਲਬ ਪਹਿਲਾਂ ਇਨਕਲੂਡ ਕੀਤਾ ਨਹੀਂ ਸੀਗਾ, ਬਟ ਆਪਾਂ ਫਿਰ ਤੁਹਾਨੂੰ ਦੱਸਿਆ ਕਿ ਸ਼੍ਰੀਲੰਕਾ ਨੂੰ ਅਗਰ ਆਪਾਂ ਇਨਕਲੂਡ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਇਹ ਸ਼੍ਰੀਲੰਕਾ ਜਿਹੜਾ ਹੈਗਾ ਇਹ ਕਿੰਨਾ ਹਿੱਸਾ ਘੇਰਦਾ, ਇਹ ਘੇਰਦਾ ਵਾ 65,610 ਸਕੁਆਇਰ ਕਿਲੋਮੀਟਰ ਟੋਟਲ ਜਿਹੜਾ ਹੈਗਾ ਉਹ ਹਿੱਸਾ ਘੇਰਦਾ ਵਾ। ਉਸ ਤੋਂ ਬਾਅਦ ਅੱਗੇ ਕਹਿੰਦਾ ਜੀ ਇਹਦਾ ਸਟਰੈਚ ਦੱਸਿਆ ਹੋਇਆ। ਸਟਰੈਚ ਦਾ ਮਤਲਬ ਹੁੰਦਾ ਇਹ ਕਿੱਥੋਂ ਤੱਕ ਫੈਲਿਆ ਹੋਇਆ ਜਾਂ ਕਿੱਥੋਂ ਤੱਕ ਵਧਿਆ ਹੋਇਆ। ਠੀਕ ਹੈ ਜੀ, ਸਟਰੈਚ ਦਾ ਮਤਲਬ ਹੁੰਦਾ ਜਦੋਂ ਆਪਾਂ ਵਧਾਉਂਦੇ ਹਾਂ ਕਿਸੇ ਚੀਜ਼ ਨੂੰ, ਤਾਂ ਸਟਰੈਚ ਦਾ ਮਤਲਬ ਹੁੰਦਾ ਹੈ ਕਿ ਕਿੱਥੋਂ ਤੱਕ ਕੋਈ ਚੀਜ਼ ਵਧੀ ਹੋਈ ਹੈ ਜਾਂ ਕਿੱਥੋਂ ਤੱਕ ਕੋਈ ਚੀਜ਼ ਫੈਲੀ ਹੋਈ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਨੌਰਥ ਤੋਂ ਸਾਊਥ। ਨੌਰਥ ਦਾ ਮਤਲਬ ਕਿ ਆਪਣਾ ਉੱਤਰ ਦਿਸ਼ਾ, ਅਤੇ ਸਾਊਥ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਦੱਖਣ, ਕਿ ਇਹ ਉੱਤਰ ਤੋਂ ਦੱਖਣ ਤੱਕ ਕਿੰਨਾ ਫੈਲਿਆ ਹੋਇਆ। ਤਾਂ ਉੱਤਰ ਤੋਂ ਦੱਖਣ ਤੱਕ ਇਹ ਫੈਲਿਆ ਹੋਇਆ ਲਗਭਗ, ਜਾਂ ਕਹਿ ਲਓ ਕਿ ਓਵਰ ਦਾ ਮਤਲਬ ਹੁੰਦਾ ਹੈ ਲਗਭਗ ਨਹੀਂ ਆ ਸਕਦਾ, ਇੱਥੇ ਓਵਰ ਹੀ ਆਊਗਾ। ਓਵਰ ਦਾ ਮਤਲਬ ਹੁੰਦਾ ਕਿ ਥੋੜ੍ਹਾ ਜਿਹਾ ਜ਼ਿਆਦਾ ਹੋ ਸਕਦਾ ਹੈ। ਤਾਂ ਵੈਸੇ ਇਹਦੀ ਐਗਜ਼ੈਕਟ ਜਿਹੜੀ ਹੈਗੀ ਆ ਨੰਬਰਿੰਗ ਉਹ ਹੈਗੀ ਆ 3214 ਕਿਲੋਮੀਟਰ, ਪਰ ਇਹਨਾਂ ਨੇ 3200 ਲਿਖਿਆ ਹੋਇਆ। ਤਾਂ ਇਹ ਵੀ ਠੀਕ ਹੈ, ਪੇਪਰ ਪੁਆਇੰਟ ਆਫ ਵਿਊ ਤੋਂ ਤੁਸੀਂ 3200 ਵੀ ਅਗਰ ਉਹਦੇ 'ਚ ਆ ਗਿਆ ਤਾਂ ਤੁਸੀਂ ਉਹਨੂੰ ਕਲਿੱਕ ਕਰੋਗੇ ਤਾਂ ਤੁਹਾਡਾ ਆਨਸਰ ਠੀਕ ਹੋ ਜਾਏਗਾ। ਬਟ ਅਗਰ 3200 ਵੀ ਹੈ ਅਤੇ 3214 ਵੀ ਆ ਫਿਰ ਤੁਸੀਂ 3214 ਲਾਓਗੇ। ਤਾਂ 3200 ਕਿਲੋਮੀਟਰ ਹੈਗਾ ਇਹ ਉੱਤਰ ਤੋਂ ਦੱਖਣ ਵੱਲ ਜਾਂ ਦੱਖਣ ਤੋਂ ਉੱਤਰ ਵੱਲ, ਕੋਈ ਫਰਕ ਨਹੀਂ ਪੈਂਦਾ। ਅਤੇ ਈਸਟ ਤੋਂ ਵੈਸਟ ਜਾਣੀ ਕੀ ਹੈ ਕਿ ਈਸਟ ਮਤਲਬ ਪੂਰਬ ਤੋਂ ਪੱਛਮ ਤੱਕ ਇਹ ਕਿੰਨਾ ਹੈ 2933 ਆਪਣਾ ਕਿਲੋਮੀਟਰ। ਤਾਂ ਇਹਦੇ 'ਚ ਆਪਾਂ ਨੇ ਸਿੰਪਲੀ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਾਂ ਇਹਦੀ ਲੰਬਾਈ ਅਤੇ ਚੌੜਾਈ ਦੱਸੀ ਹੋਈ ਹੈ ਕਿ ਇਹ ਕਿੰਨਾ ਲੰਬਾ ਹੈ ਕਿੰਨਾ ਚੌੜਾ ਹੈ। ਉਸ ਤੋਂ ਅੱਗੇ ਪੁਆਇੰਟ ਦੇ ਵਿੱਚ ਕਹਿੰਦਾ ਹੈ ਕਿ 82 ਡਿਗਰੀ 30 ਮਿੰਟ ਈਸਟ ਲੌਂਗੀਟਿਊਡ ਜਿਹੜਾ ਹੈਗਾ ਆਲਸੋ ਨੋਨ ਐਜ਼ ਸਟੈਂਡਰਡ ਮੈਰੀਡੀਅਨ ਆਫ ਇੰਡੀਆ। ਇਹ ਬਹੁਤ ਹੀ ਧਿਆਨ ਨਾਲ ਸਮਝਣ ਵਾਲਾ ਪੁਆਇੰਟ ਹੈ। 82 ਡਿਗਰੀ 30 ਮਿੰਟ ਲੌਂਗੀਟਿਊਡ ਦੇ ਉੱਤੇ ਜਿਹੜਾ ਹੈਗਾ ਉਹਨੂੰ ਆਪਾਂ ਸਟੈਂਡਰਡ ਮੈਰੀਡੀਅਨ ਆਫ ਇੰਡੀਆ ਕਹਿੰਦੇ ਹਾਂ। ਤਾਂ ਇਹ ਜਿਹੜਾ ਹੈਗਾ ਆਪਣਾ ਇੰਡੀਆ ਦਾ ਸਟੈਂਡਰਡ ਟਾਈਮ ਕਲੈਕਟ ਕਰਨ ਦੇ ਵਿੱਚ ਹੈਲਪ ਕਰਦਾ। ਤਾਂ ਇਹ GMT IST ਵਗੈਰਾ ਤੁਸੀਂ ਪੜ੍ਹੇ ਨੇ ਆਪਣੇ ਯੂਨੀਵਰਸਲ ਜੋਗਰਾਫੀ ਦੇ ਵਿੱਚ। ਬਟ ਇੱਕ ਵਾਰੀ ਮੈਂ ਤੁਹਾਨੂੰ ਫਿਰ ਛੋਟਾ ਜਿਹਾ ਇਹਦਾ ਮਤਲਬ ਉਹ ਦੇ ਦਿੰਦਾ, ਪੁਆਇੰਟ ਦਾ ਐਕਸਪਲੇਨੇਸ਼ਨ ਦੇ ਦਿੰਦਾ। ਸਟੈਂਡਰਡ ਮੈਰੀਡੀਅਨ ਦਾ ਮਤਲਬ ਉਹ ਲਾਈਨ ਜਿਹੜੀ ਇੰਡੀਆ ਨੂੰ ਲਗਭਗ 2 ਹਿੱਸਿਆਂ ਦੇ ਵਿੱਚ ਸੈਂਟਰ ਦੇ ਵਿੱਚੋਂ ਵੰਡ ਦਿੰਦੀ ਹੈ। ਠੀਕ ਹੈ ਜੀ, ਸਿਰਫ ਇੰਡੀਆ ਨੂੰ ਕਹਿਣਾ ਆਪਾਂ ਨੇ, ਤਾਂ ਇਸੇ ਕਰਕੇ ਇਹਨੂੰ ਮੈਰੀਡੀਅਨ ਕਹਿੰਦੇ ਨੇ। ਤਾਂ ਇਹ ਜਿਹੜੀ ਹੈਗੀ ਆ ਇਹ ਸਾਊਥ ਤੋਂ ਆਪਣੀ ਨੌਰਥ ਜਾਂ ਨੌਰਥ ਤੋਂ ਸਾਊਥ ਜਿਹੜੀ ਹੈਗੀ ਆ ਜਾਂਦੀ ਆ, ਮਤਲਬ ਕੁੱਲ ਮਿਲਾ ਕੇ ਇਹ ਲੌਂਗੀਟਿਊਡ ਦੇ ਵਿੱਚ ਜਾਂਦੀ ਆ। ਠੀਕ ਹੈ ਜੀ, ਤਾਂ ਇਹ ਜਿਹੜੀ ਹੈਗੀ ਆ ਇਹ ਇੰਡੀਆ ਦਾ ਸਟੈਂਡਰਡ ਟਾਈਮ ਜਿਹੜਾ ਹੈਗਾ ਉਹ ਆਪਣਾ ਨਿਰਧਾਰਿਤ ਕਰਨ ਦੇ ਵਿੱਚ ਸਾਡੀ ਹੈਲਪ ਕਰਦੀ ਆ ਕਿ ਇਹ ਇੰਡੀਆ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦੀ ਆ, ਤਾਂ ਕਿ ਆਪਾਂ ਇੰਡੀਆ ਦਾ ਸਟੈਂਡਰਡ ਮਤਲਬ ਕਿ ਇੰਡੀਆ ਦਾ ਜਿਹੜਾ ਆਪਣਾ ਇੱਕ ਪੱਕਾ ਟਾਈਮ ਆ ਜਿੱਥੋਂ ਆਪਾਂ ਇੰਡੀਆ ਦਾ ਟਾਈਮ ਡਿਸਾਈਡ ਕਰ ਸਕਦੇ ਆ। ਜਿਹੜਾ ਕਿ ਆਪਾਂ ਉੱਤਰ ਪ੍ਰਦੇਸ਼ ਦੇ ਵਿੱਚ ਮਿਰਜ਼ਾਪੁਰ ਸ਼ਹਿਰ ਆ ਜਿਹੜਾ, ਹਾਂ ਉਹ ਮਿਰਜ਼ਾਪੁਰ ਉਹੀ ਜਿਹੜਾ ਤੁਸੀਂ ਆਪਣਾ ਸੀਰੀਅਲ ਦੇ ਵਿੱਚ ਦੇਖਦੇ ਹੋ ਵੈੱਬ ਸੀਰੀਜ਼ ਦੇ ਵਿੱਚ, ਉਸੇ ਮਿਰਜ਼ਾਪੁਰ ਦਾ ਆਪਾਂ ਨਾਮ ਲੈਂਦੇ ਆ ਕਿ ਇੰਡੀਆ ਦਾ ਟਾਈਮ ਜਿਹੜਾ ਹੈਗਾ ਇਹ ਮਿਰਜ਼ਾਪੁਰ ਦੇ ਉੱਤੋਂ ਦੇਖਿਆ ਜਾਂਦਾ। ਤਾਂ ਉਹੀ ਗੱਲ ਹੈ ਕਿ ਜਦੋਂ ਇੰਡੀਆ ਦੇ ਵਿੱਚ ਆਪਾਂ ਈਸਟ ਵੱਲ ਨੂੰ ਜਾਣ ਲੱਗਦੇ ਹਾਂ ਤਾਂ ਇਹਦਾ ਜਿਹੜਾ ਟਾਈਮ ਆ ਇਹ ਵਧਣ ਲੱਗ ਜਾਂਦਾ, ਅਤੇ ਜਿਹੜਾ ਜੇ ਆਪਾਂ ਵੈਸਟ ਵੱਲ ਨੂੰ ਚੱਲਦੇ ਹਾਂ ਤਾਂ ਇਹ ਟਾਈਮ ਥੋੜ੍ਹਾ ਘਟਣ ਲੱਗ ਜਾਂਦਾ। ਮਤਲਬ ਕਿ ਤੁਹਾਨੂੰ ਪਤਾ ਹੈ, ਤੁਹਾਨੂੰ ਦੱਸਿਆ ਹੈ ਕਿ ਇੰਡੀਆ ਦੇ ਵਿੱਚ ਈਸਟ ਤੋਂ ਵੈਸਟ ਦੇ ਜਿਹੜੇ ਐਕਸਟ੍ਰੀਮ ਪੁਆਇੰਟ ਨੇ, ਮਤਲਬ ਕਿ ਇੱਧਰ ਗੁਜਰਾਤ ਤੋਂ ਲੈ ਕੇ ਉੱਧਰ ਆਪਣਾ ਅਰੁਣਾਚਲ ਪ੍ਰਦੇਸ਼ ਵੱਲ ਜਿਹੜੇ ਮਤਲਬ ਐਕਸਟ੍ਰੀਮ ਪੁਆਇੰਟ ਨੇ, ਇਹਨਾਂ ਦੇ ਵਿੱਚ ਵੀ ਟਾਈਮ ਦਾ ਜਿਹੜਾ ਹੈਗਾ ਉਹ ਫਰਕ ਹੈਗਾ, ਪੈ ਜਾਂਦਾ ਫਰਕ। ਅਤੇ ਉਹ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਆਪਾਂ ਕਹਿੰਦੇ ਹਾਂ ਕਿ GMT ਆ, ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਗ੍ਰੀਨਵਿਚ ਮੀਨ ਟਾਈਮ, ਇਹ ਪੂਰੀ ਦੁਨੀਆ ਦਾ ਜਿਹੜਾ ਹੈਗਾ ਉਹ ਸਟੈਂਡਰਡ ਮੈਰੀਡੀਅਨ ਤੁਸੀਂ ਕਹਿ ਸਕਦੇ ਆ। ਇਹਨੂੰ ਤੁਸੀਂ ਉਲਝਾਉਣਾ ਨਹੀਂ ਹੈਗਾ। ਮੈਂ ਤੁਹਾਨੂੰ ਆਪਣਾ ਯੂਨੀਵਰਸਲ ਜੋਗਰਾਫੀ ਦੇ ਵਿੱਚ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਵਾ, ਤਾਂ ਤੁਸੀਂ ਇੰਨਾ ਹੀ ਯਾਦ ਰੱਖਣਾ ਵਾ ਜਿਹੜਾ ਇੰਡੀਅਨ ਸਟੈਂਡਰਡ ਮੈਰੀਡੀਅਨ ਹੈ ਉਹ ਮਿਰਜ਼ਾਪੁਰ ਦੇ ਵਿੱਚ ਦੀ ਗੁਜ਼ਰਦਾ ਵਾ। ਅਤੇ ਜਿਹੜਾ ਆਪਣਾ ਇੰਡੀਆ ਦਾ ਟਾਈਮ ਹੈ ਇਹ ਦੁਨੀਆ ਦਾ ਜਿਹੜਾ ਆਪਣੇ ਵਰਲਡ ਦਾ ਟਾਈਮ ਆ, ਜਿੱਥੋਂ ਆਪਣਾ ਟਾਈਮ ਸਟਾਰਟ ਹੁੰਦਾ ਵਾ, ਜਿਹਨੂੰ ਆਪਾਂ GMT ਕਹਿੰਦੇ ਹਾਂ, ਉਹ ਤੋਂ 5.5
ਘੰਟੇ ਜਿਹੜਾ ਹੈਗਾ ਉਹ ਅੱਗੇ ਚੱਲਦਾ, ਅਹੈਡ ਚੱਲਦਾ ਵਾ। ਇਹਦਾ ਵੀ ਰੀਜ਼ਨ ਤੁਹਾਨੂੰ ਯੂਨੀਵਰਸਲ ਜੋਗਰਾਫੀ ਦੇ ਲੈਕਚਰ ਦੇ ਵਿੱਚ ਆਪਾਂ ਦੱਸਾਂਗੇ। ਤੁਸੀਂ ਕੀ ਯਾਦ ਰੱਖਣਾ, ਇੱਕ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਇੰਡੀਅਨ ਸਟੈਂਡਰਡ ਮੈਰੀਡੀਅਨ ਆ ਜਿਹੜਾ, ਉਹਦੀ ਲੋਕੇਸ਼ਨ ਜਿਹੜੀ ਹੈਗੀ ਆ ਇੰਡੀਆ ਦੇ ਵਿੱਚ ਉਹ ਹੈਗੀ ਆ 82 ਡਿਗਰੀ 30 ਮਿੰਟ ਈਸਟ ਲੌਂਗੀਟਿਊਡ ਦੇ ਉੱਤੇ ਉਹ ਹੈਗਾ, ਜਾਣੀ ਕਿ 82 ਡਿਗਰੀ 30 ਮਿੰਟ ਈਸਟ ਵੱਲ ਨੂੰ ਉਹ ਹੈਗਾ ਹੈ। ਤਾਂ ਇਸ ਤੋਂ ਬਿਨਾਂ ਤੁਸੀਂ ਯਾਦ ਰੱਖਣਾ ਹੈ ਕਿ ਉਹ ਜਿਹੜਾ ਹੈਗਾ ਉਹ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਮਿਰਜ਼ਾਪੁਰ ਸ਼ਹਿਰ ਆ ਉਹਦੇ ਵਿੱਚ ਦੀ ਗੁਜ਼ਰਦਾ ਹੈਗਾ। ਤਾਂ ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ IST ਬਾਰੇ ਜਾਂ ਆਪਣੇ ਸਟੈਂਡਰਡ ਮੈਰੀਡੀਅਨ ਆਫ ਇੰਡੀਆ ਬਾਰੇ। ਇਸ ਤੋਂ ਬਿਨਾਂ ਜਿਹੜਾ ਇਹ ਆਪਣਾ ਮੈਰੀਡੀਅਨ ਆ ਇਹ ਇੰਡੀਆ ਦੇ ਵਿੱਚ ਇੰਡੀਆ ਦੇ ਨਾਲ ਨਾਲ ਸ਼੍ਰੀਲੰਕਾ ਅਤੇ ਨੇਪਾਲ ਦੇ ਵਿੱਚ ਵੀ ਜਿਹੜਾ ਹੈਗਾ ਉਹ ਟਾਈਮ ਦੱਸਣ ਦੇ ਵਿੱਚ ਹੈਲਪ ਕਰਦਾ। ਤਾਂ ਇਹ ਜਿਹੜਾ ਹੈਗਾ ਤੁਹਾਡਾ ਅੱਜ ਸਾਈਜ਼ ਅਤੇ ਲੋਕੇਸ਼ਨ ਵਾਲਾ ਆਪਾਂ ਨੇ ਟੋਪਿਕ ਕੀਤਾ, ਅਤੇ ਕੱਲ੍ਹ ਨੂੰ ਆਪਾਂ ਇਸੇ ਟੋਪਿਕ ਨੂੰ ਅਗਲੇ ਲੈਕਚਰ ਦੇ ਵਿੱਚ ਹੋਰ ਅੱਗੇ ਵਧਾਵਾਂਗੇ। ਤਦ ਤੱਕ ਦੇ ਲਈ ਤੁਸੀਂ ਇਹਨੂੰ ਪੜ੍ਹੋ, ਯਾਦ ਕਰੋ, ਨੋਟਸ ਬਣਾਓ ਇੰਪੋਰਟੈਂਟ ਪੁਆਇੰਟਸ ਦੇ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਤੋਂ ਵੀ ਕਰਾਓ। ਧੰਨਵਾਦ।